जी। वाहिगुरु जी का खालसा वाहिगुरु जी की फतेह। गुरु ग्रंथ ਸਾਹਿਬ महाराज जी ਨੂੰ ਜਦੋਂ ਪੜ੍ਹਦੇ ਹਾਂ ਸੰਗਤ ਜੀ ਤੇ ਗੁਰੂ ਮਹਿਮਾ ਦੇ ਵਿੱਚ ਸਤਿਗੁਰੂ ਜੀ ਇਹ ਬਚਨ ਉਚਾਰਦੇ ਨੇ, ਤਾਰਿਆ ਜਹਾਨ ਲਹਿਆ ਅਭਿਮਾਨ। ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਜੀ ਦੇ ਘਰ ਨੇ, ਗੁਰੂ ਨਾਨਕ ਜੀ ਦੀ ਜੋਤ ਨੇ। ਇਸ ਸੰਸਾਰ ਨੂੰ ਉਸ ਪ੍ਰਮਾਤਮਾ ਦੇ ਜੋ ਬਚਨ ਜੋ ਉਪਦੇਸ਼ ਧੁਰ ਕੀ ਬਾਣੀ ਰੂਪ ਸਤਿਗੁਰੂ ਜੀ ਨੇ ਸੰਸਾਰ ਤੇ ਲਿਆਂਦੇ ਤੇ ਮਾਨਵਤਾ ਨੂੰ ਉਹਨਾਂ ਬਚਨਾਂ ਦੇ ਨਾਲ ਜੋੜ ਕੇ ਤੇ ਉਹਨਾਂ ਨੂੰ ਤਾਰ ਦਿੱਤਾ। ਤਾਰਿਆ ਜਹਾਨ ਲਹਿਆ ਅਭਿਮਾਨ। ਜਿਨੀ ਦਰ ਸਤਿਗੁਰੂ ਜੀ ਕਹਿੰਦੇ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ, ਗੁਰੂ ਦੇ ਉਪਦੇਸ਼ਾਂ ਨੂੰ ਮੰਨਿਆ, ਉਹਨਾਂ ਤੇ ਵੀ ਰਹਿਮਤਾਂ ਹੋਈਆਂ। ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਪਿਤਾ ਜੀ ਨੂੰ ਧਨ ਕਿਹਾ, ਜੀਓ ਕਿਹਾ, ਸਿਫਤਾਂ ਕੀਤੀਆਂ ਸੰਗਤ ਜੀ, ਜਨਮ ਮਰਨ ਦੇ ਗੇੜ ਉਹਨਾਂ ਦੇ ਮੁੱਕ ਗਏ। ਸਤਿਗੁਰੂ ਗੁਰੂ ਨਾਨਕ ਕਿਰਪਾ ਕਰੇ। ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਤਕਰੀਬਨ 9 ਵਰ੍ਹਿਆਂ ਦੇ ਹੋਏ ਨੇ ਸਰੀਰ ਕਰਕੇ। ਵਿਦਵਾਨਾਂ ਦਾ ਇੱਕ ਮਤ ਹੈ ਕਿ 9 ਤੋਂ 11 ਵਰ੍ਹੇ ਦੇ ਵਿੱਚ ਜਦੋਂ ਸਤਿਗੁਰੂ ਜੀ ਹੁੰਦੇ ਨੇ ਤੇ ਖੱਤਰੀ ਕੁਲ ਦੇ ਮੁਤਾਬਕ, ਕਿਉਂਕਿ ਬੇਦੀਆਂ ਦੇ ਘਰ ਦੇ ਵਿੱਚ ਫਿਰ ਬੇਨਤੀ ਆ, ਸਿੱਖ ਮਤ ਗੁਰੂ ਨਾਨਕ ਦੇ ਉਪਦੇਸ਼ਾਂ ਤੋਂ ਜਿਹੜਾ ਉਹ ਅਗਾਂਹ ਨਿਕਲਦਾ ਹੈ। ਤੀਸਰ ਪੰਥ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ, ਉਹ ਸਿੱਕਾ ਸ਼ਬਦ ਦਾ ਸੀ ਜਿਸ ਸਿੱਕੇ ਵਿੱਚ ਸਿੱਖ ਕੌਮ ਦਾ ਪ੍ਰਗਟਾਵਾ ਹੁੰਦਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹ ਪੰਥ ਨੂੰ ਅੱਜ ਸਿੱਖ ਪੰਥ ਕਹਿੰਦੇ ਆ। ਉਸ ਪੰਥ ਦੇ ਵਿੱਚ ਜਿਹੜਾ ਜੁੜਦਾ ਉਹਨੂੰ ਨਾਨਕ ਪੰਥੀ ਵੀ ਕਹਿ ਦਿੰਦੇ ਆ। ਸੋ ਗੁਰੂ ਕਿਰਪਾ ਪੇ ਕਰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜਦੋਂ 9 ਵਰ੍ਹਿਆਂ ਦੇ ਹੋਏ, ਇਹਦੇ ਤਕਰੀਬਨ ਅਸੀਂ ਕਹੀਏ ਤੇ ਪੰਡਿਤ ਹਰਦਿਆਲ ਜੀ ਨੂੰ ਘਰ ਸੱਦਿਆ ਜਾਂਦਾ ਹੈ, ਕਿਉਂਕਿ ਕੁੱਲ ਜੋ ਰਸਮੀ ਕੀਤੀ ਜਾਂਦੀ ਹੈ ਕਿ ਪੁੱਤਰ ਨੂੰ ਜਨੇਊ ਪਾਇਆ ਜਾਏ। ਉੱਚੀ ਕੁੱਲ 'ਚ ਨੇ ਤੇ ਸਾਰਾ ਦਿਨ ਉਲੀਕਿਆ ਜਾਂਦਾ ਹੈ, ਪ੍ਰੋਗਰਾਮ ਉਲੀਕੇ ਜਾਂਦੇ ਨੇ। ਤੇ ਗੁਰੂ ਜੀ ਜਿਵੇਂ ਅੱਗੇ ਚੋਜ ਵਰਤਾ ਰਹੇ ਨੇ, ਇੱਥੇ ਵੀ ਬੜਾ ਵੱਡਾ ਇਨਕਲਾਬ ਸਤਿਗੁਰੂ ਗੁਰੂ ਨਾਨਕ ਜੀ ਨੇ ਇਸ ਧਰਤੀ ਤੇ ਲਿਆਂਦਾ, ਜਿਹਨੂੰ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਵੀ ਪੜ੍ਹਦੇ ਹਾਂ ਕਿ ਉਸ ਸਮੇਂ ਦੇ ਹਾਲਾਤ ਸਨ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨ ਨੇ, ਸੁੰਨਤ ਮੁਸਲਮਾਨ ਦੀ, ਤਿਲਕ ਜੰਜੂ ਹਿੰਦੂ ਲੁਬਾਣੇ, ਰਾਮ ਰਹੀਮ ਕਹਾਇਂਦੇ, ਇੱਕ ਨਾਮ ਤੋਂ ਰਾਹ ਭੁਲਾਣੇ, ਵੇਦ ਕਤੇ ਭੁਲਾਏ, ਕੈ ਮੋਹੇ ਲਾਲਚ ਦੁਨੀ ਸਤਾਣੇ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੁਲਾਣੇ, ਸਿਰੋਂ ਨਾ ਮਿਟੇ ਆਵਣ ਜਾਣੇ। ਹੁਣ ਇਹ ਸਾਰਾ ਕੁਝ ਸੰਸਾਰ 'ਚ ਵਾਪਰਦਾ ਪਿਆ ਸੀ ਤੇ ਗੁਰੂ ਨਾਨਕ ਨੇ ਜਦੋਂ ਜਨੇਊ ਪਾਉਣਾ ਦਿਨ ਨਿਯਤ ਕੀਤਾ, ਬੜੇ ਸੱਦ ਭੇਜੇ ਸੰਗਤ ਜੀ, ਰਿਸ਼ਤੇਦਾਰੀਆਂ 'ਚ ਮੈਂਬਰ ਪੰਚਾਇਤ, ਜਿੰਨੇ ਵੀ ਬਹੁਤ ਭਾਰੀ ਸੰਗਤ ਜਿਹੜੀ ਸੀ ਕਹਿ ਲਓ ਰਿਸ਼ਤੇਦਾਰਾਂ ਦੀ, ਉਹ ਪਿਤਾ ਕਲਿਆਣ ਦਾਸ ਜੀਆਂ ਦੇ ਘਰ ਇਕੱਤਰ ਹੁੰਦੀ ਆ। ਕਿਉਂਕਿ ਇੱਕ ਤੇ ਅਸਰ ਰਸੂਖ ਰੱਖਦੇ ਨੇ, ਕਾਰਦਾਰ ਪਟਵਾਰੀ ਨੇ, ਰਾਜਾ ਜੀ ਆਪ ਚੱਲ ਕੇ ਆਉਂਦੇ, ਸਾਰੀ ਤਲਵੰਡੀ ਪਹੁੰਚਦੀ, ਹੋਰ ਵੀ ਨਾਤੀ ਪਹੁੰਚਦੇ ਨੇ। ਬਹੁਤ ਜ਼ਿਆਦਾ ਹੋਇਆ ਤੇ ਮਹਾਰਾਜ ਅਜੇ ਸ਼ਾਂਤ ਬੈਠੇ ਆ। ਭਾਈ ਵੀਰ ਸਿੰਘ ਨੇ ਨਾ ਇੱਕ ਇੱਕ ਗੱਲ ਨੂੰ ਕੋਟ ਕੀਤਾ। ਕਹਿੰਦੇ ਪੰਡਿਤ ਹਰਦਿਆਲ ਜੀ ਆਏ, ਥਾਂ ਵੇਖਿਆ, ਚੌਂਕਾ ਸੁੱਚਾ ਕੀਤਾ ਤੇ ਜੋ ਉਹ ਕਰਮ ਕਰਦੇ ਨਾ ਹਿੰਦੂ ਮਤ 'ਚ ਅੱਜ ਵੀ ਕਹਿੰਦੇ ਆ ਕਿ ਆਪਣੇ ਹੱਥ ਦੇ ਵਿੱਚ ਪੰਡਿਤ ਹਰਦਿਆਲ ਜੀ ਆਟਾ ਲੈਂਦੇ ਨੇ ਤੇ ਉਹਨੂੰ ਚੁਟਕੀ ਦੇ ਨਾਲ ਆਟੇ ਨੂੰ ਖਿਲਾਰ ਦਿੰਦੇ ਆ, ਇੱਕ ਡੱਬਾ ਜਿਹਾ ਬਣਾ ਕੇ। ਪਹਿਲਾ ਅੱਖਰ ਉਹ ਪਾਉਂਦੇ ਨੇ ਸੱਸੇ ਦੇ ਪੈਰ 'ਚ ਬਿੰਦੀ ਤੇ ਅੱਧਾ ਰਾਰਾ ਸ਼੍ਰੇ, ਇਹਦਾ ਭਾਵ ਹੁੰਦਾ ਓਮ। ਕਹਿੰਦੇ ਨੇ ਫਿਰ ਜਿਵੇਂ ਤਾਰੇ ਅਸਮਾਨ ਤੇ ਆ 9 ਤਾਰੇ ਬਣਦੇ ਆ ਜਦੋਂ ਕਿਸੇ ਨੂੰ ਜਨੇਊ ਪਾਇਆ ਜਾਂਦਾ, ਉਹ 9 ਤਾਰੇ ਉਹਨਾਂ ਡੱਬਿਆਂ 'ਚ ਬਣਦੇ ਆ ਜੀ। ਤੀਜਾ ਕਰਮ ਪੰਡਿਤ ਕਰਦੇ ਨੇ, ਗਣੇਸ਼ ਦੀ ਮੂਰਤੀ ਬਣਾਉਂਦੇ ਆ। ਕਹਿੰਦੇ ਜਦੋਂ ਇੱਦਾਂ ਚੌਂਕਾ ਤਿਆਰ ਹੋ ਗਿਆ ਫਿਰ ਉਹ ਮੰਤਰ ਪੜ੍ਹਦੇ ਆ ਜੀ। ਮੰਤਰ ਪਹਿਲਾਂ ਮੂਰਤੀਆਂ ਜੋ ਰੱਖੀਆਂ ਉਹਦੇ ਅੱਗੇ ਮੰਤਰ ਪੜ੍ਹੇ ਜਾਂਦੇ, ਫਿਰ ਹੱਥ ਦੇ ਵਿੱਚ ਜਿਹੜਾ ਜਨੇਊ ਫੜਿਆ ਉਹ ਮੰਤਰ ਪੰਡਿਤ ਜੀ ਪੜ੍ਹਦੇ ਪਏ ਨੇ। ਕਹਿੰਦੇ ਗੁਰੂ ਨਾਨਕ ਜੀ ਨਾ ਸਾਰਾ ਕੁਝ ਵੇਖ ਕੇ ਹੱਸੀ ਜਾਣ, ਮੁਸਕਰਾ ਰਹੇ ਨੇ ਤੇ ਬਹੁਤ ਭੀੜ ਇਕੱਠੀ ਆ, ਖੁਸ਼ੀਆਂ ਦੇ ਵਿਹੜ 'ਚ ਲੋਕ ਸ਼ਾਮਲ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਇਹ ਕੌਤਕ ਵੇਖਿਆ, ਜਿੰਨਾ ਕੁਝ ਪੰਡਿਤ ਨੇ ਕਰਨਾ ਸੀ ਉਹ ਕਰ ਲਿਆ। ਹੁਣ ਜਦੋਂ ਪੰਡਿਤ ਜੀ ਨੇ ਮੰਤਰ ਪੜ੍ਹ ਲਏ, ਜਨੇਊ ਤਿਆਰ ਹੋ ਗਿਆ ਜੀ, ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ ਕਿ ਤੁਹਾਡੇ ਜਨੇਊ ਪਹਿਨਣਾ। ਇੱਥੇ ਹੁਣ ਮਹਾਰਾਜ ਜੀ ਨੇ ਇਨਕਾਰ ਕਰਤਾ।
ਵੇਖੋ ਇਹ ਇਨਕਾਰ ਪਹਿਲਾਂ ਵੀ ਹੋ ਸਕਦਾ ਹੈ, ਜਦੋਂ ਲਗਨ ਸੋਧੇ ਜਾ ਰਹੇ ਆ, ਚੌਂਕਾ ਬਣਾਇਆ ਜਾ ਰਿਹਾ, ਉਸ ਤੋਂ ਪਹਿਲਾਂ ਜਦੋਂ ਘਰ 'ਚ ਗੱਲ ਚੱਲੀ ਉਦੋਂ ਵੀ। ਪਰ ਮਹਾਰਾਜ ਦਾ ਨਾ ਇੱਕ ਸੁਭਾਅ ਸੀ। ਗੁਰੂ ਨਾਨਕ ਨੇ ਉਪਦੇਸ਼ ਜਿਹੜਾ ਸੀ ਉਹ ਭੀੜਾਂ 'ਚ ਜਾ ਕੇ ਦਿੱਤਾ, ਤੇ ਪੁਰਾਣੇ ਸਮਿਆਂ 'ਚ ਭੀੜਾਂ ਕਿੱਥੇ ਹੁੰਦੀਆਂ ਸੀ? ਮੇਲਿਆਂ ਤੇ ਹੁੰਦੀਆਂ ਸੀ। ਇਸੇ ਕਰਕੇ ਮਹਾਰਾਜ ਹਰਿਦੁਆਰ ਜਾਂਦੇ ਆ, ਤੇ ਜਾਂਦੇ ਵੀ ਉਦੋਂ ਆ ਜਦੋਂ ਵੱਡੇ ਮੇਲੇ ਭੀਚ ਦੇ ਲੱਗਦੇ ਆ। ਬਹੁਤ ਵੱਡਾ ਮੇਲਾ ਸੀ ਨਾ, ਕਿਉਂਕਿ ਭੀੜਾਂ 'ਚ ਹੁਣ ਇੱਕ ਇੱਕ ਨੂੰ ਇਕੱਠੇ ਕਰਕੇ ਉਪਦੇਸ਼ ਦੇਣ ਲੱਗਦੇ, ਫਿਰ ਤੇ ਬੜਾ ਸਮਾਂ ਲੱਗ ਜਾਂਦਾ। ਮਹਾਰਾਜ ਭੀੜਾਂ 'ਚ ਜਾ ਕੇ, ਕਿ ਜਿੱਥੇ ਇੱਕ ਬੋਲ ਬੋਲੀਏ ਹਜ਼ਾਰਾਂ ਤੱਕ ਜਾਏ, ਤੇ ਉਹਨਾਂ ਹਜ਼ਾਰਾਂ ਦੇ ਨਾਲ ਹੋਰ ਲੱਖਾਂ ਤੱਕ ਉਪਦੇਸ਼ ਪਹੁੰਚ ਜਾਵੇ। ਜਦੋਂ ਸਤਿਗੁਰੂ ਜੀ ਨੇ ਇਨਕਾਰ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕੀ ਪਾਣ ਲੱਗੇ ਹੋ ਤੇ ਕਿਉਂ ਪਾਣ ਲੱਗੇ ਹੋ? ਇਹ ਪਹਿਲਾ ਸਵਾਲ ਗੁਰੂ ਨਾਨਕ ਜੀ ਦਾ। ਪੰਡਤ ਹਰਦਿਆਲ ਜੀ ਕਹਿੰਦੇ ਇਹਨੂੰ ਜਨੇਊ ਕਹਿੰਦੇ ਆ, ਤੇ ਖੱਤਰੀਆਂ ਦੀ ਕੁਲ ਦੀ ਮਰਿਆਦਾ, ਜਦੋਂ ਬੱਚਾ 9 ਵਰਿਆਂ ਦੇ ਨੇੜੇ ਹੋਵੇ ਤੇ ਉਹਨੂੰ ਇਹ ਪਹਿਨਾਇਆ ਜਾਂਦਾ। ਸਤਿਗੁਰੂ ਗੁਰੂ ਨਾਨਕ ਜੀ ਦਾ ਸਵਾਲ ਸੀ ਅਗਲਾ, ਕਿ ਇਹ ਜਨੇਊ ਮੈਲਾ ਵੀ ਹੁੰਦਾ? ਤੇ ਪੰਡਤ ਜੀ ਕਹਿੰਦੇ ਬਿਲਕੁਲ, ਜੇ ਮੈਲਾ ਹੋ ਜੇ ਤੈਨੂੰ ਧੋ ਲੈਣਾ ਚਾਹੀਦਾ। ਫਿਰ ਦੂਜਾ ਸਵਾਲ ਸੀ ਕਿ ਪੰਡਤ ਜੀ ਇਹ ਜਨੇਊ ਟੁੱਟ ਜਾਂਦਾ? ਤੇ ਪੰਡਤ ਜੀ ਕਹਿੰਦੇ ਹਾਂ, ਜੇ ਟੁੱਟੇ ਤੇ ਨਵਾਂ ਲਾ ਕੇ ਪਹਿਨ ਲਿਆ ਜਾਏ। ਗੁਰੂ ਨਾਨਕ ਦੇਵ ਮਹਾਰਾਜ ਹੱਸ ਪਏ, ਕਹਿੰਦੇ ਜਿਹੜਾ ਜਨੇਊ ਮੈਲਾ ਵੀ ਹੋ ਜਾਂਦਾ, ਜਿਹੜਾ ਜਨੇਊ ਟੁੱਟ ਜਾਂਦਾ, ਤੇ ਜਿਹੜਾ ਜਨੇਊ ਅੱਗ 'ਚ ਸਾੜਿਆ ਸੜ ਜਾਂਦਾ, ਮੈਂ ਇਹੋ ਜਿਹਾ ਜਨੇਊ ਨਹੀਂ ਪਹਿਨਣਾ ਜਿਹੜਾ ਆਪ ਹੀ ਮੈਲਾ ਹੋ ਜੇ। ਵੇਖੋ ਇੱਕ ਗੱਲ ਦਾ ਧਿਆਨ ਰੱਖਿਓ ਕਿ ਗੁਰੂ ਨਾਨਕ ਜੀ ਕਿਸੇ ਦੇ ਸਿਧਾਂਤਾਂ ਦਾ ਖੰਡਨ ਨਹੀਂ ਕਰਦੇ। ਇੱਥੇ ਜਨੇਊ ਦਾ ਖੰਡਨ ਨਹੀਂ ਮਹਾਰਾਜ ਕਰਦੇ ਪਏ। ਜੋ ਗੁਰੂ ਜੀ ਨੇ ਸਿਧਾਂਤ ਦਿੱਤਾ ਉਧਰ ਜਾਈਏ, ਕਿਉਂਕਿ ਇੱਕ ਖਿੰਨ ਨਿਕਲ ਜਾਵਾਂ ਕਿ ਗੁਰੂ ਨਾਨਕ ਦਾ ਘਰ ਕੀ ਆ। 9 ਵਰਿਆਂ ਦੀ ਉਮਰ 'ਚ ਧੰਨ ਗੁਰੂ ਨਾਨਕ ਜੀ ਜਿਸ ਸਿਧਾਂਤ ਦੀ, ਨਿਰਮਲ ਪੰਥ ਦੀ ਗੱਲ ਕਰਦੇ ਆ, ਉੱਥੇ ਮਹਾਰਾਜ ਕਹਿੰਦੇ ਮੈਂ ਇਸ ਜਨੇਊ ਨੂੰ ਸਵੀਕਾਰ ਨਹੀਂ ਕਰਦਾ। ਪਰ 10ਵੇਂ ਜਾਮੇ 'ਚ ਜਦੋਂ ਔਰੰਗਜ਼ੇਬ ਧੱਕੇ ਨਾਲ ਜਨੇਊ ਲਾ ਕੇ ਧੀਆਂ ਭੈਣਾਂ ਦੀ ਪੱਤ ਰੋਲ ਕੇ ਸੁਹਾਗ ਮਾਰ ਕੇ ਕਹਿੰਦਾ ਫੇਰ ਰੋਟੀ ਖਾਵਾਂਗਾ, ਉੱਥੇ ਫਿਰ ਮੇਰਾ ਬਾਜਾ ਵਾਲਾ ਕਹਿੰਦਾ ਮੈਂ ਧੱਕੇ ਨਾਲ ਜਨੇਊ ਲਾਣ ਵੀ ਨਹੀਂ ਦੇਣੇ। ਇਹਦਾ ਭਾਵ ਕਿ ਕਿਸੇ ਦੀ ਸ਼ਰਧਾ ਉਹ ਉੱਥੇ ਅਸੀਂ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਖੰਡਨ ਕਰੀਏ। ਇਸ ਕਰਕੇ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਅੱਜ ਸਮਝਣਾ ਕਿ ਜਨੇਊ ਦੀ ਸਾਖੀ ਕੀ ਸਮਝਾਉਂਦੀ ਆ। ਫਿਰ ਜਦੋਂ ਗੁਰੂ ਸਾਹਿਬ ਜੀ ਨੇ ਕਿਰਪਾ ਵਰਤਾਈ ਨਾ ਜੀ, ਇਹ ਜਨੇਊ ਬਾਰੇ ਮਨੂ ਸਿਮਰਤੀ ਦੇ ਵਿੱਚ ਇਹ ਲਿਖਿਆ ਜੀ, ਜਿਹੜਾ ਬ੍ਰਾਹਮਣ ਨੇ ਉਹ ਜਨੇਊ ਕਪਾਹ ਦਾ ਪਹਿਨਦਾ, ਜਿਹੜਾ ਖੱਤਰੀ ਏ ਉਹ ਜਨੇਊ ਸਣ ਦਾ ਪਹਿਨਦਾ, ਤੇ ਜਿਹੜਾ ਵੈਸ਼ ਏ ਉਹ ਜਨੇਊ ਮੇਢੇ ਦਾ ਪਹਿਨਦਾ, ਤੇ ਜੋ ਸ਼ੂਦਰ ਏ ਉਹਨਾਂ ਨੂੰ ਜਨੇਊ ਨਹੀਂ ਪਵਾਇਆ ਜਾ ਸਕਦਾ। ਔਰਤਾਂ ਜਨੇਊ ਨਹੀਂ ਪਾ ਸਕਦੀਆਂ। ਅਸੀਂ ਸ੍ਰੀ ਸਾਹਿਬ ਸੱਜੇ ਪਾਸਿਓਂ ਪਾਉਂਦੇ ਹਾਂ ਤੇ ਖੱਬੇ ਪਾਸੇ ਸ੍ਰੀ ਸਾਹਿਬ ਜਾਂਦੀ ਆ। ਜਨੇਊ ਸੱਜੇ ਮੋਢੇ ਤੋਂ ਤੇ ਥੱਲੇ ਨੂੰ ਆਉਂਦਾ ਹੈ। ਹੁਣ ਜਨੇਊ ਕੀ ਹੁੰਦਾ? ਇਹ ਕਹਿੰਦੇ ਆ ਕਿ ਅਗਰ ਹੁੰਦੇ ਨਾ, ਉਹਨਾਂ 2 ਅਗਰਾਂ ਨੂੰ 3 ਅਗਰਾਂ ਨੂੰ ਵੱਟ ਕੇ ਸੂਤ ਕੱਤਿਆ ਜਾਂਦਾ, ਫਿਰ ਇਹ ਜਨੇਊ ਗੋਲ ਧਾਰੇ ਦਾ ਬਣਦਾ। ਹੁਣ ਜਦੋਂ ਇਹਦੇ ਲਈ ਰੁੱਤਾਂ ਵੀ ਵੰਡੀਆਂ, ਬ੍ਰਾਹਮਣ ਬੜਾ ਚਲਾਕ ਸੀ ਜੀ, ਜਿਹੜਾ ਠੇਕੇਦਾਰ ਸੀ ਧਰਮ ਦਾ, ਕਹਿੰਦਾ ਜਦੋਂ ਬ੍ਰਾਹਮਣ ਪਾਵੇ 8 ਵਰਿਆਂ ਦੀ ਉਮਰ 'ਚ ਪਾਵੇ, ਖੱਤਰੀ ਪਾਵੇ 11 ਵਰਿਆਂ ਦੀ ਉਮਰ 'ਚ ਪਾਵੇ, ਵੈਸ਼ ਪਾਵੇ 13 ਵਰਿਆਂ ਦੀ ਉਮਰ 'ਚ ਪਾਵੇ। ਹੁਣ ਜਦੋਂ ਰੁੱਤਾਂ ਦੀ ਗੱਲ ਚੱਲਦੀ, ਕਹਿੰਦਾ ਬ੍ਰਾਹਮਣ ਜਨੇਊ ਪਹਿਨੂਗਾ ਬਸੰਤ ਰੁੱਤ 'ਚ ਕਿਉਂਕਿ ਠੰਡੀ ਹੁੰਦੀ ਆ, ਖੱਤਰੀ ਪਹਿਨੂਗਾ ਗਰਮੀ ਦੀ ਰੁੱਤ 'ਚ ਕਿਉਂਕਿ ਖੱਤਰੀਆਂ ਦਾ ਧਰਮ ਇਹ ਮੰਨਿਆ ਕਿ ਉਹ ਵੀਰ ਯੋਧੇ ਬਹਾਦਰ ਹੋਏ ਨੇ, ਤੇ ਜਿਹੜਾ ਵੈਸ਼ ਏ ਉਹ ਪਹਿਨੇਗਾ ਪੱਤਝੜ ਦੀ ਉਮਰ 'ਚ। ਸ਼ੂਦਰਾਂ ਨੂੰ ਫਿਰ ਪਾਸੇ ਰੱਖਿਆ ਗਿਆ। ਇਹ ਗੱਲਾਂ ਤਾਂ ਕਰਦਾ ਪਿਆ ਕਿ ਅੱਜ ਬੜਾ ਇੱਕ ਪ੍ਰੋਪੋਗੰਡਾ ਚੱਲਦਾ ਹੈ ਕਿ ਲਓ ਜੀ ਜਨੇਊ ਵੀ ਤੇ ਗਾਤਰੇ ਸੇਮ ਹੀ ਹੋਏ। ਕਿੱਦਾਂ ਸੇਮ ਹੋ ਗਏ? ਤੁਸੀਂ ਅੱਜ ਨਿਰਣਾ ਕਰਕੇ ਵੇਖਿਓ ਬਾਣੀ ਤੋਂ। ਗੁਰੂ ਸਾਹਿਬ ਜੀ ਇਹ ਜਦੋਂ ਸਾਰਾ ਮੰਜ਼ਰ ਸਾਹਮਣੇ ਮਹਾਰਾਜ ਦੇ ਆ ਰਿਹਾ ਜੀ, ਹੁਣ ਜਿਹੜਾ ਬ੍ਰਾਹਮਣ ਦਾ ਜਨੇਊ ਵੱਖਰਾ ਏ, ਖੱਤਰੀ ਦਾ ਜਨੇਊ ਵੱਖਰਾ, ਤੇਰੇ ਧਾਗੇ ਦਾ, ਦੋਹਰੇ ਧਾਗੇ ਦਾ, ਵੈਸ਼ ਦਾ ਇੱਕ ਧਾਗੇ ਦਾ, ਇੱਥੇ ਵੀ ਸ਼ੂਦਰ ਨੂੰ ਵੱਖ ਕਰਤਾ, ਔਰਤ ਨੂੰ ਵੱਖ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਜਨੇਊ ਮੈਲਾ ਹੋ ਜਾਵੇ, ਟੁੱਟ ਭੱਜ ਜਾਵੇ, ਜਿਹੜਾ ਜਨੇਊ ਅੱਗ ਨਾਲ ਸੜ ਜਾਵੇ, ਮਹਾਰਾਜ ਕਹਿੰਦੇ ਮੈਂ ਇਹੋ ਜਿਹਾ ਜਨੇਊ ਨਹੀਂ ਪਹਿਨਾਂਗਾ। ਪੰਡਿਤ ਹਰਦਿਆਲ ਜੀ ਬੜੀ ਸ਼ਰਧਾ ਰੱਖਦੇ ਸੀ, ਬੜੇ ਸੂਝਵਾਨ ਸੀ, ਤੇ ਉਹਨਾਂ ਨੇ ਤਾਂ ਉਦੋਂ ਹੀ ਜਾਣ ਲਿਆ ਸੀ ਜਦੋਂ ਮਹਾਰਾਜ ਦਾ ਆਗਮਨ ਹੋਇਆ ਸੀ ਕਿ ਇਹ ਕੋਈ ਵਲੀ ਹੈ, ਕੋਈ ਆਮ ਬੱਚਾ ਨਹੀਂ। ਸਤਿਗੁਰੂ ਗੁਰੂ ਨਾਨਕ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਸੂਝਵਾਨ ਬਾਲਕ ਜੀ ਤੁਸੀਂ ਦੱਸੋ ਫਿਰ ਕਿਹੜਾ ਜਨੇਊ ਪਹਿਨਣਾ ਚਾਹੀਦਾ? ਵੇਖੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦਾ ਉਪਦੇਸ਼ ਹੈ ਕਿ ਜਨੇਊ ਦਾ ਜਿਹੜਾ ਕਪਾਹ ਹੈ ਉਹ ਕਿਸੇ ਨਾਲ ਮਾੜਾ ਨਾ ਕਰੀਏ,
दया मंगीए, तरस मंगीए, ये कपा, ये इदां जनेऊ महाराज कहंदे पहनो। दूजा, कदे लालची हो के ना संसार च विचरो, रब दी रजा च राजी रहना सुखो। ये संतोख दा जनेऊ होवे महाराज कहंदे। सतगुरु जी कहंदे सत दा सूत्र लो, सत दा सूत कतो, ते सच एवे जड़ियां वटां पाणियां ने महाराज कहंदे ओ सत दा संजम होवे, सूत्र होवे ते सत दियां वटां होवन। ये जदों असीं विचार नूं बाणी चों वेखदे ना जी कि दया कपा, दया की है किसे नाल माड़ा नहीं करना, तरस दे घर च रहना, संतोख सूत ते सूत्र लैना आपां संतोख दा। ते संतोख दे जेड़े अर्थ भाई वीर सिंह ने कीते कि रब दी रजा च राजी रहना। ते त्रिशालू बंदा राजी नहीं रहिंदा, वो तां होर दी विरती रखदा। महाराज कहंदे दया कपा संतोख सूत, जत गंढी सत वट। जत कहंदे ने संगत जी इंद्रियां नूं, वासनावां नूं कंट्रोल च रखना, अपनियां नूं। सत वट दा भावे अपने आचार नूं, किरदार नूं हमेशा पीक ते रखना, उच्चा रखना, सत वट। हुण अगे महाराज ने कहा एह जनेऊ जी का, ये केवल शरीर दा नहीं, ये जिंद दा जनेऊ होवेगा। एह जनेऊ जी का हई तां भांडे घत, जे तेरे कोल पंडित जी है ते गुरु नानक नूं ये जनेऊ पनाओ। ना एह टुटै, ना मन लगै, ना एहो जलै ना जाए। कहंदे टुटदा नहीं, मैला नहीं हुंदा, संतोख कदे मैला नहीं हुंदा, दया कदे मैली नहीं हुंदी। जेड़े जत सच रहिंदे ने उन्हां दा अंतरीवी जीवन कदे मैला नहीं हुंदा। हई तां पांडे कत, ना ये टुटै, ना मल लगै, ना एहो जलै, ये सड़दा नहीं ना जाए, ते ये जांदा नहीं किते, हमेशा आत्मा दे नाल रहिंदा। सतगुरु गुरु नानक जी कहंदे धन सो मानस नानका, ओ मनुख धन ने, भावें वो ब्राह्मण होवे, खत्री होवे, वैश होवे, कोई होवे, मनुख जिन्हां कोल दया संतोख जत सत ये सब कुछ आ गया। धन सो मानस नानका, जो गल चले पाए, जिन्हां ने अपने हिरदे रूपी गल च ये जनेऊ पा लिया, भावें हुजा जीवन बना लिया। हुण गुरु नानक देव महाराज ने जदों ये बेनतियां कीतियां ना संगत, कहंदे महाराज इन्नी गल कहण तो बाद उठ पे, क्योंकि पहला केवल पंडित जी नूं कह रहे हरदयाल जी नूं, हुण सारे लोग जिहड़े इकट्ठे होए ना उत्थे एक हड़बल्ली मच गई कि ये की नवां हो गया। ते सारियां वल उंगल करके महाराज कहंदे दसो, एक दिन पुरोहित ने बुढ़ा हो के मर जाना, इन्ने कान च केड़ा मंत्र सुनाया मैनू नहीं सुनिया, ते ना किसी नूं पता लगदा, जनेऊ भी नहीं रहना, मंत्र दा पता नहीं लग्या, पुरोहित बुढ़ा होके मर जाएगा ते मर दसो। महाराज कहंदे फिर इहो जे कर्म करन दा फायदा की। फिर बेनती है जी ये सारियां गल्लां बाणी दे विच आईयां ने जो असीं अर्थ करदे पए आ। उत्थे फिर गुरु साहब ने कहा, महाराज कहंदे क्योंकि पंडित जी ने गल कही सी कि जनेऊ पाण दा भावे तुहाडा दूजा जन्म होवेगा, तुसी उत्तम जात दे गिने जाओगे, दवेज जात दे गिने जाओगे। महाराज कहंदे चोरियां करनियां ते जनेऊ पहनने किवें उच्चे हो सकदे आ, यारियां लाउणियां ते जनेऊ पहनने किवें उच्चे हो सकदे आ। गुरु साहब कहंदे पाप करने, बेईमानियां करनियां, वितकरा करना लोकां नाल, खै मरदे बामन मनाले, किवें उच्चे हो सकदे आ। जनेऊ पा के गुरु साहब कहंदे जे पाउण वाला ही सुच्चा नहीं ते जिहड़ा ओहदे कोलों पवा रिहा ओह किवें सुच्चा होवेगा। सतगुरु गुरु नानक जी ये सारा कुछ दसदे पिया ते सारियां ने चुप वट ली जी। पंडित हरदयाल ने ते हाथ जोड़ ले ते धन गुरु नानक, धन गुरु नानक, तेरी महिमा अपर अपार। गुरु नानक दियां बातां कह के चरनी ढाठ के सच दे उपदेश दा धारनी बनिया। हुण तुसी बाणी वाल आओ कि गुरु साहब ने जिहड़ियां रहमतां वरताईयां, असीं ये तुकां पढ़ियां कि धन सो मानस नानका, जो गल चले पाए। अगे तुक है चौकड़ मुल अनाया, बह चौकै पाया, सिखा कन चढ़ाइयां, गुर ब्राह्मण थीया। ये दो तुकां दा तुसीं पाठ कीता कि चौके ते आके ब्राह्मण बह गया एक पासे जजमान नूं बिठाता। चौकड़ मुल अनाया, बह चौका पाया, सिखा, सिखा दा इत्थे भावे सिੱਖਿਆ। जो जदों ना हिंदू मत च अज भी तुसीं वेखिओ गुरमत च की है, खंडा बाटा तैयार हुंदा है, वड्डी जिन्ने क पुराने ने अमर छकना सारे बहिंदे आ ते किसे नूं कंन च नहीं मंत्र दिता जाता कि दूजे नूं ना पता लगे। अज जिन्ने डेरे आ ना जी उन्हां दे कंन च मंत्र दिता जाता, मुआफ करियो इत्थों तक कि पत्नी ने मंत्र लिया ते पति नूं भी नहीं पता किहड़ा जपदी पई आ। ये हालात ने पंजाब दे। जिस
पंजाब के खिते च आके बाबे नानक ने कहा सी सतनाम दा जाप जपो। दसो किसी के कान च फूक मार के क्या सी? वो मंत्र ही कहदा जिहड़ा दूजे नूं दसीए ते मंत्र भंग हो जाए। वो मंत्र दा सारियां दे भले वास्ते। गुरु जी कहंदे सिक्खा कान चढ़ाइया। चढ़ाइया दा भाव है तू कान च मंत्र मारता कि अज तो बाद की हो गया? सिक्खा कान चढ़ाइया गुर ब्राह्मण थिया। तेरा दुनिया च होर कोई गुरु नहीं, ब्राह्मण ही गुरु आ। गुरु साहब जी कहंदे सिक्खा कान चढ़ाइया गुर ब्राह्मण थिया। अगे सुनियो ओह मुआ कहते ब्राह्मण ते बुढ़ा होया मर गया जिद को मंत्र लिया। ओह मुआ वो झड़ पिया ते जेड़ा गल च जनेऊ पाया सी वह भी झड़ गया क्योंकि मैला होया कच्चा धागा टुट गया। ओह मुआ वो झड़ पिया बेतगा गया। इहो जे जनेऊ दा पाण दा की फायदा जेड़ा जनेऊ तो बना संसार तो मनुख दूजे घर च जावे। फिर गुरु नानक जी कहते सच दा जनेऊ पहनो। गुरु नानक जी कहते ईमानदारी दा जनेऊ पहनो, दया दा संतोख दा जनेऊ पहनो। देखो बाणी चों आसा की वार दा तुसी पाठ करो। इत्थे भी महाराज ने उपदेश दिता, भरी सभा च दिता। महाराज कहते तग ना इंद्री तग ना नारी। कहते तुहाडा जनेऊ इंद्रियां दी वासना नूं नहीं धो सकदा। नारी दा इत्थे भाव इस्त्री नहीं, नाड़ियां। नाड़ियां भाव जो साडे असी कह लीए कि आ पंज साडे कर्म इंद्रे ज्ञान इंद्रे कि जिन्हां विचों वासना प्रबल हुंदी आ। बाणी कहंदी जवान बंदा तन करके वासना भोगदा है ते बजुर्ग हो जाए ते मन करके स्वाद लई जांदा है। ये हालात हुंदे कामी बंदे दे। तग ना इंद्री तग ना नारी भल के थुक पवै नित दाड़ी। कहंदे जिन्हां बुराइयां करके ते दाड़ी दे थुक दा भावे दुनिया च शर्मसार होइए बेइज्जत होइए। फिर दसो महाराज कहंदे हो जे धागे दा की फायदा? गुरु जी कहंदे तग ना पैरी तग ना हथी। जिस धागे नूं पहन के पैर पुठे रावां ते तुर के जाण हथ बुरा करन ओ धागे दा की फायदा? तग ना जिहबा तग ना अखी। ते माफ करियो जिन्हां धागे नूं पहन के मुख तो झूठ बोलीए रज के दिन रात ते अखां नाल माड़ा वेखीए। महाराज कहंदे दसो फिर इहो जे ए धार्मिक रस्म दा की फायदा? तग ना जिहबा तग ना अखी। अगे महाराज लिखिया वे तग्गा आपे वटै वड़ धागे अवरा घतै लै पहाड़ करे बिया कल कागड़ दसे राह। कहंदे पत्तरी खोल के लोकां नूं राह दसदा, पहाड़ा लैके लोकां दे विआह करदा। एक गल दा ध्यान रखी कल कागड़ दसे राह सुन वेखो लोकां इहो विडान। विडान कहंदे देखो दुनिया दे लोगो वड्डा तमाशा मन अंधा जेड़ा पा रिहा आप ते अन्ना है ज्ञान तो ही ना है। मन अंधा नाउ सुजान ते लोकी नूं सियाणा कहंदे कि आओ इहदे कोलों धार्मिक रस्म करिए। हुण केवल ये नहीं, चलो एक तुक होर पढ़ देना। तिस जुहारी बाबे नानक जी दा जी जुहारी कहंदे सलाम करनी दुआ करनी नतमस्तक होना सद के जाना सिजदा करना। गुरु जी कहंदे मेरी नमस्कार उस परमात्मा नूं तिस जुहारी स्वास्थ तिस। मैं उस परमात्मा दी जय जयकार करना। स्वास्थ कहंदे जय जयकार करनी। तिस जुहारी स्वास्थ तिस तिस दीवान अभग। हुण आपां पढ़िया कि मार सच्चे पातशाह कहंदे ओह मुआ ओ झड़ पिया वे तग्गा गया। पर सिखो असी किनू नमस्कार करनी आ, किनू गुरु मनना? महाराज कहंदे तिस अभग दीवान। अभग कहंदे जेड़ा सदा सदीवी होवे कदे चलाए बान ना होवे। जेड़ा महाराज कहंदे जुगो जुग अटल होवे। ध्यान नाल सुनियो तिस जुआरी स्वस्थ तिस तिस दीवान अभग नानक सच्चे नाम बिन क्या टिक्का क्या तग। तग कहंदे जनेऊ नूं। महाराज कहंदे जे नाम नहीं ना हिरदे च बाणी दा वासा नहीं ते माफ करियो मत्थे ते टिक्के लाया ते गल च जनेऊ पाए दा कोई फायदा नहीं। हुण की एक केवल जेड़े जंजू पांदे उन्हां लई आ? नहीं साध संगत जी ए बहरूनी पक्ष बेशक नहीं मिलते पर जेड़े इन्हां पिछे सिद्धांत ने प्रतीक ने जो मैसेज है वो मुसलमान वीरां लई भी होई है। पंज जदों निवाजां दी गल चले असीं अगां वेखांगे जदों ये विचार आउणगीਆਂ हिंदू वीरां क्योंकि संतोख सिख धर्म च आके बदल नहीं जाता।
ਸੰਤੋਖ ਮੁਸਲਮਾਨ ਲਈ ਵੀ ਉਹੀ ਅਰਥ ਕਰੂਗਾ, ਹਿੰਦੂ ਵੀਰ ਲਈ ਵੀ ਉਹੀ ਕਰੂਗਾ ਤੇ ਸਿੱਖ ਲਈ ਵੀ ਉਹੀ ਕਰੂਗਾ। ਹਰ ਇੱਕ ਮਨੁੱਖ ਲਈ ਦਇਆ ਉਹੀ ਰਹਿਣੀ ਆ, ਹਰ ਇੱਕ ਮਨੁੱਖ ਲਈ ਕਾਇਦੇ ਕਾਨੂੰਨ ਉਹੀ ਰਹਿਣੇ। ਇਹ ਨਹੀਂ ਕਿ ਦੂਜਾ ਧਰਮ ਕਹਿੰਦਾ ਚੋਰੀਆਂ ਕਰੋ ਤੇ ਇਹ ਮਤ ਕਹਿੰਦਾ ਨਹੀਂ ਕਰਨੀਆਂ। ਬੇਈਮਾਨੀਆਂ ਨੇਕੀਆਂ ਵਧੀਆਂ ਦੀ ਗੱਲ ਉਹੀ ਰਹਿਣੀ ਆ, ਮੁਆਫ ਕਰਿਓ। ਪਰ ਜਦੋਂ ਤਨ ਤੇ ਗੱਲ ਬਾਹਰ ਕਿਰਿਆ ਦੀ ਆਵੇ, ਰਸਮੋ ਰਿਵਾਜ ਦੀ ਆਵੇ, ਉਦੋਂ ਫਿਰ ਮੇਰੇ ਬਾਬੇ ਨਾਨਕ ਨੇ ਵੀ ਸਵਾਲ ਕੀਤਾ, ਪੰਡਤ ਜੀ ਇਹ ਜਨੇਊ ਮੇਰੀ ਭੈਣ ਨੂੰ ਕਿਉਂ ਨਹੀਂ ਪਾਇਆ? 5 ਸਾਲ ਵੱਡੀ ਏ, ਇਹ ਜਨੇਊ ਮੇਰੀ ਮਾਂ ਜੀ ਨੂੰ ਕਿਉਂ ਨਹੀਂ ਪਾਇਆ? ਇਹ ਜਨੇਊ ਮੇਰੇ ਹੋਰ ਰਿਸ਼ਤੇਦਾਰਾਂ ਮਾਸੀ ਜੀ ਰਾਮੋ ਜੀ ਆਏ ਉਹਨਾਂ ਨੂੰ ਕਿਉਂ ਨਹੀਂ ਪਾਇਆ? ਪੰਡਤ ਜੀ ਕਹਿੰਦੇ ਇਸ ਮਤ ਦੇ ਅੰਦਰ ਇਸਤਰੀ ਜਨੇਊ ਨਹੀਂ ਪਹਿਨ ਸਕਦੀ। ਕਿਹੜੇ ਲੋਕ ਕਹਿੰਦੇ ਨੇ ਜੀ ਗਾਤਰੇ ਵੀ ਹੋਈ ਤੇ ਜਨੇਊ ਵੀ ਹੋਈ? ਦੱਸੋ ਤੁਹਾਨੂੰ ਬੀਬੀਓ, ਤੁਸੀਂ ਅੰਮ੍ਰਿਤ ਛਕ ਕੇ ਬੈਠੇ ਹੋ, ਕਿਸੇ ਖੰਡੇ ਬਾਟੇ 'ਚ ਗੁਰੂ ਦੀ ਮਰਿਆਦਾ 'ਚ ਲਿਖਿਆ ਕਿ ਔਰਤਾਂ ਅੰਮ੍ਰਿਤ ਨਹੀਂ ਛਕ ਸਕਦੀਆਂ, ਔਰਤਾਂ ਬਾਣੀ ਨਹੀਂ ਪੜ੍ਹ ਸਕਦੀਆਂ, ਔਰਤਾਂ ਗੱਤਕੇ ਨਹੀਂ ਖੇਡ ਸਕਦੀਆਂ? ਉਹ ਤੁਸੀਂ ਤਾਂ ਉਹਨਾਂ ਦੀਆਂ ਵਾਰਸਾਂ ਹੋ ਜਦੋਂ ਸਿੰਘਾਂ ਨੇ ਘਰ 'ਚ ਆ ਕੇ ਚੂੜੀਆਂ ਪਾਲੀਆਂ ਸੀ ਤੇ ਮਾਈ ਭਾਗੋ ਕਹਿੰਦੇ ਸੀ ਅਸੀਂ ਲਾਜ ਨਹੀਂ ਲੱਗਣ ਦੇਣੀ। ਕਿਵੇਂ ਅਸੀਂ ਕਹਿ ਦਿੰਦੇ ਆ ਜੀ ਸੇਮ ਆ? ਮੈਂ ਫਿਰ ਬੇਨਤੀ ਕਰਾਂ ਕਿ ਬਾਹਰੂਨੀ ਤੌਰ ਤੇ ਨਹੀਂ ਸੇਮ, ਪਰ ਸਿਧਾਂਤ ਇੱਕੋ ਹੀ ਰਹਿਣਗੇ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਜਨੇਊ ਇਸਤਰੀ ਤੇ ਮਰਦ ਦੇ ਵਿੱਚ ਫਰਕ ਕਰੇ ਉਹ ਜਨੇਊ ਨੂੰ ਗੁਰੂ ਨਾਨਕ ਸਵੀਕਾਰ ਨਹੀਂ ਕਰੇਗਾ। ਦੂਜੀ ਬੇਨਤੀ ਸੁਣਿਓ, ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਇਹ ਜਨੇਊ ਬ੍ਰਾਹਮਣ ਨੂੰ ਪਾਉਂਦੇ ਹੋ, ਖੱਤਰੀ ਨੂੰ ਪਾਉਂਦੇ ਹੋ, ਵੈਸ਼ ਨੂੰ ਪਾਉਂਦੇ ਹੋ, ਸ਼ੂਦਰ ਨੂੰ ਕਿਉਂ ਨਹੀਂ? ਕਹਿੰਦੇ ਸਾਡੇ ਮਤ ਦੇ ਵਿੱਚ, ਸਾਡੇ ਗ੍ਰੰਥਾਂ ਵਿੱਚ ਸ਼ੂਦਰ ਜਾਤੀ ਨੂੰ ਜਨੇਊ ਪਾਣਾ ਵਾਜਿਬ ਨਹੀਂ ਮੰਨਿਆ ਗਿਆ, ਇਹ ਨਹੀਂ ਪਾ ਸਕਦੇ ਆਪਾਂ। ਤੇ ਧੰਨ ਗੁਰੂ ਨਾਨਕ ਜੀ ਕਹਿੰਦੇ ਪਹਿਲਾਂ ਮਰਦ ਇਸਤਰੀ ਵਿੱਚ ਵਿਤਕਰਾ, ਹੁਣ ਕਿਸੇ ਨੂੰ ਨੀਵਾਂ ਤੇ ਕਿਸੇ ਨੂੰ ਉੱਚੇ ਜਾਣ ਕੇ ਵਿਤਕਰਾ, ਕਿਸੇ ਨੂੰ ਛੂਤ ਛਾਤ ਤੇ ਕਿਸੇ ਨੂੰ ਉੱਚੀ ਕੁਲ ਵਾਲਾ। ਤੇ ਪਰ ਗੁਰੂ ਨਾਨਕ ਜੀ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਤ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਆ ਤਿੱਥੈ ਨਦਰ ਤੇਰੀ ਬਖਸ਼ੀਸ। ਕਿ ਜਦੋਂ ਅੰਮ੍ਰਿਤ ਛਕਾਏ ਜਾਂਦੇ ਕਿਹਾ ਜਾਂਦਾ ਤੂੰ ਸਾਈਕਲ ਤੇ ਆਇਆ, ਤੂੰ ਤਾਂ ਗਰੀਬ ਏ, ਤੂੰ ਤਾਂ ਦਿਹਾੜੀਆਂ ਲਾਉਣਾ, ਤੈਨੂੰ ਅੰਮ੍ਰਿਤ ਨਹੀਂ ਛਕਾਉਣਾ। ਅੱਜ ਤੱਕ ਕਿਸੇ ਪੰਜ ਪਿਆਰਿਆਂ ਨੇ ਬਾਂਹ ਖੜੀ ਕਰਕੇ ਕੋਈ ਗੱਲ ਕਹੀ? ਫਿਰ ਕਿਵੇਂ ਕਹਿ ਦਿੰਨੇ ਆ ਜਨੇਊ ਹੋਈ ਤੇ ਸ੍ਰੀ ਸਾਹਿਬ ਪੈਨੀ ਗਾਤਰੇ ਹੋਈ? ਬਿਲਕੁਲ ਨਹੀਂ ਸਾਧ ਸੰਗਤ ਜੀ, ਬਹੁਤ ਫਰਕ ਜੇ। ਉੱਥੇ ਹਰ ਪ੍ਰਕਾਰ ਦੇ ਵਿਤਕਰੇ ਆ, ਇੱਥੇ ਬਾਅਦ ਕਹਿੰਦੇ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਇਹ ਹੈ ਸਿਧਾਂਤ ਬਾਬੇ ਨਾਨਕ ਦਾ। ਪਰ ਹੁਣ ਜਿਹੜਾ ਅੰਤਰੀਵੀ ਗੱਲ ਹੈ ਨਾ, ਉਧਰ ਧਿਆਨ ਕਰੋ। ਜਿੱਥੇ ਬਾਜਾਂ ਵਾਲੇ ਗੱਲ ਕਹਿੰਦੇ ਆ ਕਿ ਮੈਂ ਇਹਨਾਂ ਨੂੰ ਪਾਤਸ਼ਾਹੀਆਂ ਦਵਾਂਗਾ, ਜਿਨ੍ਹਾਂ ਨੂੰ ਲੋਕ ਦੁਰਕਾਰਦੇ ਆ ਇਹਨਾਂ ਨੂੰ ਸਰਦਾਰ ਬਣਾਵਾਂਗਾ, ਪਰ ਇਹ ਵੀ ਬਾਜਾਂ ਵਾਲੇ ਕਹਿੰਦੇ ਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਹੁਣ ਉਹ ਜਨੇਊ ਦੀ ਗੱਲ ਤੇ ਅਸੀਂ ਸੁਣ ਲਈ ਕਿ ਮੱਝ ਕਹਿੰਦੇ ਚੋਰੀਆਂ ਨਹੀਂ ਕਰਨੀਆਂ, ਬੇਈਮਾਨੀਆਂ ਨਹੀਂ ਕਰਨੀਆਂ, ਮਾੜੇ ਕੰਮ ਨਹੀਂ ਕਰਨੇ। ਕਿ ਅੰਮ੍ਰਿਤ ਛਕ ਕੇ ਮਾੜੇ ਕਰਮ ਕਰਨ ਨੂੰ ਲਿਖਿਆ ਕਿਸੇ ਮਰਿਆਦਾ 'ਚ? ਕਿ ਅੰਮ੍ਰਿਤ ਛਕ ਕੇ ਸਿੱਖ ਚੋਰੀਆਂ ਕਰੇ, ਸ਼ਰਾਬਾਂ ਪੀਵੇ, ਮਾਸ ਖਾਵੇ? ਕਿ ਅੰਮ੍ਰਿਤ ਛਕ ਕੇ ਨਿੰਦਿਆ ਕਰੇ? ਕਿ ਅੰਮ੍ਰਿਤ ਛਕ ਕੇ ਬਹਿ ਜੇ ਦੁਕਾਨ ਤੇ ਵੱਡੀਆਂ ਠੋਕ ਠੋਕ ਕੇ ਕਰੇ, ਨਾਮ ਨਾਲ ਖਾਲਸਾ ਲਿਖਵਾਇਆ ਹੋਵੇ? ਬਿਲਕੁਲ ਨਹੀਂ। ਫਿਰ ਬੇਨਤੀ, ਬਾਹਰ ਦੇ ਚਿੰਨ ਵੱਖਰੇ ਹੋ ਸਕਦੇ ਆ, ਪਰ ਜੋ ਸਿਧਾਂਤ ਨੇ ਬਾਬਾ ਨਾਨਕ ਕਹਿੰਦਾ ਜੋ ਉਹਨਾਂ ਨੂੰ ਆ ਸਿੱਖਾ ਤੈਨੂੰ ਵੀ ਉਹੀ ਆ, ਤੇਰੀ ਮਰਿਆਦਾ 'ਚ ਵੀ ਉਹੀ ਕੁਝ ਲਿਖਿਆ। ਇਸ ਕਰਕੇ ਪਤ ਬਿਨ ਪੂਜਾ, ਸਤ ਬਿਨ ਸੰਜਮ, ਜਤ ਬਿਨ ਕਾਹੇ ਜਨੇਊ, ਨਾਵੋ ਧੋਵੋ ਤਿਲਕ ਚੜਾਵੋ, ਸੋਚ ਬਿਨ ਸੋਚ ਨਾ ਹੋਈ। ਮਹਾਰਾਜ ਕਹਿੰਦੇ ਕਿਹੜੇ ਜੰਜੂ ਦੀ ਗੱਲ ਕਰਦੇ ਹੋ ਭਾਈ? ਪਤ ਬਿਨ ਪੂਜਾ, ਜੇ ਇੱਜ਼ਤ ਹੀ ਕੋਣੀ ਸੰਸਾਰ 'ਚ ਕਰਮ ਹੀ ਮਾੜੇ ਤੇ ਕਿਹੜੀ ਪੂਜਾ? ਸਤ ਬਿਨ ਸੰਜਮ, ਜੇ ਕਿਰਦਾਰ ਹੀ ਕੋਈ ਨਹੀਂ, ਆਚਾਰ ਹੀ ਕੋਈ ਨਹੀਂ, ਲੋਕ ਪਿੱਠ ਪਿੱਛੇ ਥੂ ਕਰਦੇ ਆ, ਕਾਹਦਾ ਸੰਜਮ ਰੱਖ ਕੇ ਬੈਠੇ ਆ ਆਪਾਂ? ਪਤ ਬਿਨ ਪੂਜਾ, ਸਤ ਬਿਨ ਸੰਜਮ, ਜਤ ਬਿਨ ਕਾਹੇ ਜਨੇਊ। ਮਾਫ ਕਰਿਓ, ਉਹ ਜੀ ਇੱਜ਼ਤ ਨੂੰ ਕੀ ਕਰਨਾ? ਲੋਕ ਸਾਹਮਣੇ ਵੇਖ ਕੇ ਐਵੇਂ ਹੀ ਕਰ ਦੇਣ ਕਿ ਹਾਂਜੀ ਕੀ ਹਾਲ, ਤੇ ਬੰਦਾ 2 ਕਦਮ ਦੂਰ ਜਾਏ ਤੇ ਕਵੇ ਦੇ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ। ਸੰਗਤ ਜੀ ਇਹੋ ਜਿਹੇ ਦੋਗਲੇ ਕਿਰਦਾਰ ਨਾ ਰੱਬ ਦਵੇ ਸਾਨੂੰ। ਅਸੀਂ ਉਹ ਹੋਈਏ ਕਿ ਜੇ ਮੂੰਹ ਤੇ ਕੋਈ ਹੈ ਤੇ ਸੱਚ ਐਵੇਂ, ਹਾਂ ਉਹ ਵੱਖਰੀ ਗੱਲ ਜੇ ਕਿ ਲੋਕ ਤੁਹਾਨੂੰ ਰੱਜ ਕੇ ਮਾੜਾ ਕਹਿਣ, ਪਰ ਤੁਸੀਂ ਬਾਬੇ ਨਾਨਕ ਵੱਲੋਂ ਸੱਚੇ ਹੋਵੋ, ਕਿਉਂਕਿ ਉਹ ਇੱਕ ਬਿਰਤੀ ਹੈ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਪਰ ਕਹਿਣ ਤੋਂ ਬਸ ਇਹ ਤੱਥ ਅਸੀਂ ਅੱਜ ਲੈਣੇ ਜੰਜੂ ਦੇ ਵਿੱਚੋਂ
कि ਉਹ ਜੰਜੂ ਵਿਤਕਰਾ ਕਰਦਾ ਹੈ। ਉਹ ਜੰਜੂ ਗਰੀਬਾਂ ਸ਼ੂਦਰਾਂ ਲਈ ਨਹੀਂ, ਪਰ ਬਾਬੇ ਨਾਨਕ ਦਾ ਘਰ, ਬਾਬੇ ਨਾਨਕ ਦਾ ਅੰਮ੍ਰਿਤ ਇਹ ਸਾਰਿਆਂ ਲਈ, ਮਰਦਾਂ ਔਰਤਾਂ ਲਈ, ਨੀਵਿਆਂ ਉੱਚਿਆਂ ਲਈ ਤੇ ਅੰਦਰ ਦੇ ਸਿਧਾਂਤ ਦੋਨਾਂ ਦੇ ਸਾਂਝੇ ਨੇ। ਗੁਰੂ ਕਿਰਪਾ ਕਰੇ ਹਿੰਦੂ ਵੀਰ ਜੰਜੂ ਪਹਿਨੇ ਤੇ ਜੋ ਉਹਨਾਂ ਦੇ ਗ੍ਰੰਥ ਜਾਂ ਬਾਬੇ ਦੇ ਸਿਧਾਂਤ ਨੇ ਉਹ ਤੇ ਅਮਲ ਕਰੇ। ਅਸੀਂ ਅੰਮ੍ਰਿਤ ਦੇ ਧਾਰਨੀ ਹੋਈਏ ਤੇ ਜੋ ਸਾਡੀ ਮਰਿਆਦਾ ਕਹਿੰਦੀ ਉਹ ਤੇ ਅਮਲ ਕਰੀਏ। ਮੁਸਲਮਾਨ ਜਦੋਂ ਸੁਨਨਤ ਕਰਾ ਕੇ ਆਪਣੇ ਧਰਮ 'ਚ ਪ੍ਰਵੇਸ਼ ਕਰਦਾ ਤੇ ਗੁਰੂ ਕਿਰਪਾ ਕਰਕੇ ਉਹ ਆਪਣੇ ਧਰਮ 'ਚ ਰਵੇ। ਇਹੀ ਤਾਂ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਹੋਰ ਇਹ ਨਹੀਂ ਕਿ ਲੰਗਰ ਛਕਾ ਦੋ ਚਾਰੋਂ ਵਰਨਾਂ ਨੂੰ ਤੇ ਤੋੜ ਦੋ ਘਰੇ, ਏਦਾਂ ਨਹੀਂ ਸੰਗਤ ਜੀ। ਉਪਦੇਸ਼ ਨੂੰ ਫੋਲੋ ਕਰਨਾ ਹੀ ਅਸੀਂ ਗੁਰੂ ਨਾਨਕ ਦੇ ਸੱਚੇ ਸਿੱਖ ਬਣ ਸਕਦੇ ਆ। ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਗੁਰੂ ਬਖਸ਼ਣ ਯੋਗ ਹੈ। ਗੁਰੂ ਜੀ ਦਾ ਇੱਕ ਹੋਰ ਪ੍ਰਵਾਨ ਹੈ ਜੀ, ਕਾਇਆ ਬ੍ਰਹਮਾ ਮਨ ਧੋਤੀ। ਮਹਾਰਾਜ ਜੀ ਕਹਿੰਦੇ ਮੈਂ ਇਹ ਵੀ ਗੁਰੂ ਨਾਨਕ ਜੀ ਦਾ ਹੀ ਬਚਨ ਹੈ। ਸਤਿਗੁਰੂ ਕਹਿੰਦੇ ਮੈਂ ਕਿਸੇ ਹੋਏ ਦੀ ਪੂਜਾ ਕਿਉਂ ਕਰਾਂ, ਮੇਰਾ ਸਰੀਰ ਹੀ ਬ੍ਰਾਹਮਣ ਹੈ ਕਿਉਂਕਿ ਮੈਂ ਸੁੱਚਾ ਰੱਖਦਾ, ਤੇ ਮਨ ਹੀ ਧੋਤੀ ਹੈ ਕਿਉਂਕਿ ਮਨ ਪਵਿੱਤਰ ਹੋ ਗਿਆ। ਕਾਇਆ ਬ੍ਰਹਮਾ ਮਨ ਧੋਤੀ। ਗੁਰੂ ਜੀ ਕਹਿੰਦੇ ਗਿਆਨ ਜਨੇਊ ਧਿਆਨ ਕੁਸਪਾਤੀ। ਸੰਗਤ ਜੀ ਜਦੋਂ ਬ੍ਰਾਹਮਣ ਪੂਜਾ ਕਰਦੇ ਨਾ, ਉਹ ਚੀਚੀ ਦੇ ਨਾਲ ਦੀ ਉਂਗਲ 'ਚ ਇੱਕ ਦੱਬ ਦਾ ਛੱਲਾ ਪਾਉਂਦੇ ਆ। ਇਹ ਫਿਰ ਹੈ ਜੀ ਅਸੀਂ ਗ੍ਰੰਥਾਂ 'ਚੋਂ ਪੜ੍ਹਿਆ ਜੋ, ਤੇ ਉਹ ਛੱਲਾ ਪਾ ਕੇ ਜਿਹੜੀ ਫਿਰ ਪੂਜਾ ਕਰਦੇ। ਮਹਾਰਾਜ ਜੀ ਨੇ ਪਤਾ ਹੀ ਕਿਹਾ, ਕਹਿੰਦੇ ਰੱਬ ਵੱਲ ਸੁਰਤ ਕਰਨੀ, ਧਿਆਨ ਲਾਣਾ ਹੀ ਮੇਰਾ ਛੱਲਾ ਪਾਇਆ ਉਂਗਲੀ 'ਚ। ਤੇ ਮੇਰੇ ਲਈ ਜੰਜੂ ਕਿਹੜਾ, ਜਨੇਊ ਕਿਹੜਾ, ਮੈਨੂੰ ਗੁਰੂ ਸਾਹਿਬ ਨੇ ਗਿਆਨ ਦਿੱਤਾ, ਜਿਸ ਗਿਆਨ ਨੂੰ ਮਹਾਰਾਜ ਕਹਿੰਦੇ ਇਹ ਗੱਲਾਂ ਨਾਲ ਨਹੀਂ ਮਿਲਦਾ, ਇਹ ਕਥਨਾ ਕਰੜਾ ਸਾਰ ਹੈ। ਸੋ ਸਾਰੀ ਸੰਗਤ ਬਾਬੇ ਨਾਨਕ ਦਾ ਧੰਨਵਾਦ ਕਰਿਆ ਕਰੋ। ਸਾਧ ਸੰਗਤ ਜੀ, ਜਿਨਨੇ ਦੁਨੀਆ ਚੋਂ ਇਹ ਗਿਲਾਨੀ ਦੂਰ ਕੀਤੀ, ਮੇਰ ਤੇਰ ਮੁਕਾਏ, ਉੱਚੇ ਨੀਵੇਂ ਦਾ ਫਰਕ ਮੁਕਾਇਆ, ਸਾਰਿਆਂ ਨੂੰ ਇੱਕੋ ਗੁਰੂ ਨਾਨਕ ਜੀ ਨੇ ਸਾਂਝਾ ਉਪਦੇਸ਼ ਦਿੱਤਾ ਤੇ ਸਮੁੱਚੀ ਮਾਨਵਤਾ ਨੂੰ ਸਤਨਾਮ ਵਾਹਿਗੁਰੂ ਜੀ ਦੇ ਨਾਲ ਜੋੜਿਆ। ਭੁੱਲਾਂ ਦੀ ਖਿਮਾ। ਆਓ ਇਹਨਾਂ ਤੁਕਾਂ ਨੂੰ ਪੜ੍ਹ ਕੇ ਸਮਾਪਤੀ ਕਰੀਏ। ਬਲ ਬਲ ਜਾਈਏ